ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਨਾਰਥ ਅਮਰੀਕਾ ਬੁਲਟਨ ਤੇ ਮੈਂ ਤੁਹਾਡੇ ਨਾਲ ਰਮਨ ਬਾਜਵਾ। ਖਬਰਾਂ ਦੇ ਵਿਸਥਾਰ ਤੋਂ ਪਹਿਲੇ ਇੱਕ ਨਜ਼ਰ ਮਾਰ ਲੈਂਦੇ ਹਾਂ ਹੁਣ ਤੱਕ ਦੀਆਂ ਹੈਡਲਾਈਨਸ ਤੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਸੰਗਠਨ ਨੂੰ $900 ਮਿਲੀਅਨ ਦੇਣ ਦਾ ਕੀਤਾ ਫੈਸਲਾ। ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਟਿਊਸ਼ਨ ਖਰਚ ਲਈ ਆਰਥਿਕ ਮਦਦ ਕਰੇਗੀ ਸਰਕਾਰ। ਵਾਧੇ ਵਿਵਾਦਾਂ ਕਾਰਨ ਇਸ ਸੰਗਠਨ ਨੇ ਇਸ ਪ੍ਰੋਗਰਾਮ ਨੂੰ ਵਾਪਸ ਲੈਣ ਦਾ ਕੀਤਾ ਫੈਸਲਾ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਮਹਾਮਾਰੀ ਵਿਚਕਾਰ ਬੀਚਾਂ ਤੇ ਵੱਧ ਰਹੀ ਭੀੜ ਦੀ ਪ੍ਰਗਟਾਈ ਚਿੰਤਾ। ਫੋਰਡ ਨੇ ਓਨਟਾਰੀਓ ਦੇ ਵਸਨੀਕਾਂ ਨੂੰ ਬੀਚ ਤੇ ਸੋਚ ਸਮਝ ਕੇ ਜਾਣ ਦੀ ਕੀਤੀ ਅਪੀਲ। ਅਮਰੀਕਾ ਵਿੱਚ 4 ਜੁਲਾਈ ਨੂੰ ਮਨਾਇਆ ਜਾਂਦਾ ਹੈ ਆਜ਼ਾਦੀ ਦਿਵਸ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ 244ਵੇਂ ਆਜ਼ਾਦੀ ਦਿਹਾੜੇ ਦੀ ਟਰੰਪ ਨੂੰ ਦਿੱਤੀ ਵਧਾਈ। ਨਰਿੰਦਰ ਮੋਦੀ ਦੇ ਵਧਾਈ ਸੰਦੇਸ਼ ਤੇ ਟਰੰਪ ਨੇ ਵੀ ਦਿੱਤਾ ਬਹੁਤ ਪਿਆਰਾ ਜਵਾਬ। ਅਮਰੀਕਾ ਦੇ ਦੱਖਣੀ ਕੈਰੋਲੀਨਾ ਨਾਈਟ ਕਲੱਬ ਵਿੱਚ ਗੋਲੀਬਾਰੀ ਕਾਰਨ 12 ਲੋਕ ਹੋਏ ਜ਼ਖਮੀ। ਸ਼ੈਰਿਫ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ ਹੈ ਜਾਣਕਾਰੀ। ਗੋਲੀਬਾਰੀ ਕਾਰਨ 4 ਵਿਅਕਤੀਆਂ ਦੀ ਹਾਲਤ ਗੰਭੀਰ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸਰਕਾਰ ਵੱਲੋਂ ਇੱਕ ਸੰਗਠਨ ਨੂੰ $900 ਮਿਲੀਅਨ ਕੈਨੇਡੀਅਨ ਤੋਂ ਵਧੇਰੇ ਦਾ ਕੰਟਰੈਕਟ ਦੇਣ ਦੇ ਫੈਸਲੇ ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਮੁੱਖ ਕਾਰਨ ਹੈ ਕਿ ਇਹ ਸੰਗਠਨ ਉਹਨਾਂ ਦੇ ਪਰਿਵਾਰ ਨਾਲ ਜੁੜਿਆ ਹੈ। ਕੈਨੇਡਾ ਦੇ ਵਿਦਿਆਰਥੀ ਸੇਵਾ ਗ੍ਰਾਂਟ ਨੂੰ ਇੱਕ ਪ੍ਰੋਗਰਾਮ ਸਥਾਪਿਤ ਕਰਨ ਦੇ ਲਈ ਵੀ ਚੈਰਿਟੀ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਟਿਊਸ਼ਨ ਤੇ ਖਰਚ ਦੇ ਲਈ ਕੁਝ ਆਰਥਿਕ ਮਦਦ ਕਰੇਗਾ, ਕਿਉਂਕਿ ਕੋਰੋਨਾ ਦੇ ਕਾਰਨ ਵਿਦਿਆਰਥੀਆਂ ਦੇ ਲਈ ਰੋਜ਼ਗਾਰ ਦੇ ਸਾਰੇ ਬਦਲ ਖਤਮ ਹੋ ਰਹੇ ਨੇ। ਇਸ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਸੇਵਾ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ $1000 ਤੋਂ $5000 ਕੈਨੇਡੀਅਨ ਦੇ ਵਿਚਾਲੇ ਗ੍ਰਾਂਟ ਦਾ ਭੁਗਤਾਨ ਕੀਤਾ ਜਾਣਾ ਸੀ। ਇਸ ਹਫ਼ਤੇ 2 ਸੰਸਦ ਮੈਂਬਰਾਂ ਨੇ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਟਰੂਡੋ ਦੇ ਵਤੀਰੇ ਦੀ ਜਾਂਚ ਦੀ ਅਪੀਲ ਕੀਤੀ। ਚੈਰਿਟੀ ਤੇ ਸੰਘੀ ਸਰਕਾਰ ਨੇ ਐਲਾਨ ਕੀਤਾ ਕਿ ਉਹ ਆਪਣੀ ਸਾਂਝੇਦਾਰੀ ਖਤਮ ਕਰ ਰਹੀ ਹੈ। ਚੈਰਿਟੀ 130 ਸਕੂਲਾਂ ਤੇ ਕਈ ਏਜੰਸੀਆਂ ਨਾਲ ਕੰਮ ਕਰਦੀ ਹੈ ਤੇ ਇਸ ਸੰਸਥਾ ਨੂੰ ਅਪ੍ਰੈਲ ਦੇ ਅਖੀਰ ਵਿੱਚ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਸੰਪਰਕ ਕੀਤਾ ਸੀ, ਪਰ ਵਾਧੇ ਵਿਵਾਦਾਂ ਦੇ ਕਾਰਨ ਇਸ ਸੰਗਠਨ ਨੇ ਇਸ ਪ੍ਰੋਗਰਾਮ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਬੀਚਾਂ ਤੇ ਵੱਧ ਰਹੀ ਭੀੜ ਦੀ ਚਿੰਤਾ ਦੇ ਬਾਵਜੂਦ ਸੂਬੇ ਵਿੱਚ ਇਹਨਾਂ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫੋਰਡ ਨੇ ਇਸ ਦੀ ਬਜਾਏ ਓਨਟਾਰੀਓ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਬੀਚ ਤੇ ਜਾਣ ਸਮੇਂ ਸੋਚ ਸਮਝ ਦਾ ਇਸਤੇਮਾਲ ਕਰੋ। ਫੋਰਡ ਨੇ ਕਿਹਾ ਕਿ ਮੌਜੂਦਾ ਸਮੇਂ ਅਸੀਂ ਓਨਟਾਰੀਓ ਦੇ ਕਿਸੇ ਵੀ ਸੂਬਾਈ ਬੀਚ ਨੂੰ ਬੰਦ ਨਹੀਂ ਕਰਨ ਜਾ ਰਹੇ ਹਾਂ। ਇੱਕ ਵਾਰ ਫਿਰ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਸੋਚ ਸਮਝ ਦਾ ਇਸਤੇਮਾਲ ਕਰੋ ਅਤੇ ਭੀੜ ਨਾ ਕਰੋ। ਪ੍ਰੀਮੀਅਰ ਦੀ ਟਿੱਪਣੀ ਉਸ ਵਕਤ ਆਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਵਾਸਾਗਾ ਬੀਚ ਨੇ ਆਪਣੇ ਪ੍ਰਸਿੱਧ ਬੀਚ ਤੇ ਲੋਕਾਂ ਦੀ ਪਹੁੰਚ ਨੂੰ ਸੀਮਿਤ ਕਰਨ ਦਾ ਫੈਸਲਾ ਕੀਤਾ ਸੀ। ਬਿਫੋਲਜੀ ਨੇ ਕਿਹਾ ਕਿ ਨਗਰਪਾਲਿਕਾ ਨਾਲ ਸੰਬੰਧਿਤ ਬੀਚ ਅਗਲੇ ਵੀਰਵਾਰ ਤੱਕ ਬੰਦ ਰਹੇਗਾ। ਹਾਲਾਂਕਿ ਉਹਨਾਂ ਕੋਲ ਵਾਸਾਗਾ ਬੀਚ ਪ੍ਰੋਵਿੰਸ਼ੀਅਲ ਪਾਰਕ ਬੰਦ ਕਰਨ ਦਾ ਅਧਿਕਾਰ ਨਹੀਂ ਹੈ। ਕੋਰੋਨਾ ਸੰਕਟ ਵਿੱਚ ਅਮਰੀਕਾ ਕੈਨੇਡਾ ਵਿੱਚ ਫਸੇ ਭਾਰਤੀਆਂ ਲਈ ਰਾਹਤ ਦੀ ਖਬਰ ਹੈ। ਰਿਪੋਰਟ ਮੁਤਾਬਿਕ ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ 에ਅਰ ਇੰਡੀਆ ਨੇ ਉੱਥੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਸ਼ੁਰੂ ਕੀਤੀ ਗਈ ਵੰਦੇ ਭਾਰਤ ਯੋਜਨਾ ਤਹਿਤ ਉਡਾਨਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ 25 ਤੋਂ 45% ਤੱਕ ਦੀ ਕਮੀ ਕਰ ਦਿੱਤੀ ਹੈ। ਰਿਪੋਰਟ ਦਾ ਕਹਿਣਾ ਹੈ ਕਿ ਇਸ ਮਿਸ਼ਨ ਤਹਿਤ ਨਿਊਯਾਰਕ ਤੋਂ ਦਿੱਲੀ ਲਈ ਇਕਨੋਮੀ ਕਲਾਸ ਦੀ ਟਿਕਟ ਦੀ ਕੀਮਤ $1,07,000 ਸੀ, ਪਰ ਹੁਣ ਇਸ ਨੂੰ ਘਟਾ ਕੇ $75,461 ਕਰਤਾ ਗਿਆ। ਟੋਰਾਂਟੋ ਤੋਂ ਦਿੱਲੀ ਲਈ ਟਿਕਟ ਦੀ ਕੀਮਤ $1,37,000 ਤੋਂ ਘਟਾ ਕੇ $75,321 ਕਰਤੀ ਗਈ ਹੈ। ਇਹਨਾਂ ਉਡਾਨਾਂ ਲਈ ਘੱਟ ਹਵਾਈ ਜਹਾਜ਼ਾਂ ਦੀ ਉਪਲਬਧਤਾ ਅਤੇ ਯਾਤਰੀਆਂ ਦੀ ਮੰਗ ਵਧਣ ਦੇ ਬਾਵਜੂਦ ਟਿਕਟ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਨੇ। ਭਾਰਤ ਨੇ ਕੋਵਿਡ-19 ਵਾਇਰਸ ਸੰਕਰਮਣ ਨੂੰ ਰੋਕਣ ਦੇ ਮੱਦੇਨਜ਼ਰ 22 ਮਾਰਚ ਨੂੰ ਸਾਰੀਆਂ ਕੌਮਾਂਤਰੀ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ 25 ਮਾਰਚ ਨੂੰ ਘਰੇਲੂ ਉਡਾਨਾਂ ਤੇ ਵੀ ਰੋਕ ਲਗਾ ਦਿੱਤੀ ਗਈ। ਹਾਲਾਂਕਿ ਘਰੇਲੂ ਉਡਾਨਾਂ 25 ਮਈ ਤੋਂ ਸ਼ੁਰੂ ਨੇ, ਪਰ ਵਿਦੇਸ਼ੀ ਉਡਾਨਾਂ ਨੂੰ ਹੁਣ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਹੈ। ਸਿਰਫ ਵੰਦੇ ਭਾਰਤ ਯੋਜਨਾ ਤਹਿਤ ਹੀ ਭਾਰਤੀਆਂ ਨੂੰ ਬਾਹਰੋਂ ਲਿਆਉਣ ਲਈ ਉਡਾਨਾਂ ਦੀ ਮਨਜ਼ੂਰੀ ਦਿੱਤੀ ਗਈ ਹੈ। ਕੋਵਿਡ-19 ਵਾਇਰਸ ਸੰਕਰਮਣ ਨੂੰ ਰੋਕਣ ਲਈ ਓਟਾਵਾ ਸਿਟੀ ਕੌਂਸਲ 15 ਜੁਲਾਈ ਨੂੰ ਇੱਕ ਮੀਟਿੰਗ ਕਰਨ ਜਾ ਰਹੀ ਹੈ, ਜਿਸ ਵਿੱਚ ਲੋਕਾਂ ਲਈ ਨਾਨ ਮੈਡੀਕਲ ਮਾਸਕ ਲਾਜ਼ਮੀ ਕੀਤਾ ਜਾ ਸਕਦਾ ਹੈ। ਜਿਮ ਵਾਨਸਨ ਨੇ ਕਿਹਾ ਕਿ ਓਟਾਵਾ ਸਿਟੀ ਕੌਂਸਲ ਆਪਣੀ ਅਗਲੀ ਬੈਠਕ ਵਿੱਚ ਇੱਕ ਪ੍ਰਸਤਾਵ ਤੇ ਵਿਚਾਰ ਕਰੇਗੀ, ਜਿਸ ਵਿੱਚ ਦੁਕਾਨਾਂ, ਸ਼ਾਪਿੰਗ ਮਾਲਸ ਵਰਗੀਆਂ ਜਨਤਕ ਥਾਵਾਂ ਤੇ ਜਾਣ ਲਈ ਮਾਸਕ ਜ਼ਰੂਰੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਟੀ ਕੌਂਸਲ 15 ਜੁਲਾਈ ਨੂੰ ਆਪਣੀ ਅਗਲੀ ਮੀਟਿੰਗ ਵਿੱਚ ਇਸ ਪ੍ਰਸਤਾਵ ਤੇ ਵਿਚਾਰ ਕਰੇਗੀ। ਓਟਾਵਾ ਸਿਟੀ ਕੌਂਸਲ ਇਸ ਪ੍ਰਸਤਾਵ ਤੇ ਉਸ ਸਮੇਂ ਵਿਚਾਰ ਕਰਨ ਜਾ ਰਹੀ ਹੈ ਜਦੋਂ ਹਾਲ ਹੀ ਵਿੱਚ ਓਨਟਾਰੀਓ ਦੀਆਂ ਨਗਰ ਪਾਲਿਕਾਵਾਂ ਸਟੇਜ 3 ਤਹਿਤ ਹੋਰ ਕੰਮ ਖੋਲ੍ਹਣ ਦੀਆਂ ਕੋਸ਼ਿਸ਼ਾਂ ਵਿਚਕਾਰ ਕੋਵਿਡ-19 ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਜਿਹੇ ਕਦਮ ਚੁੱਕ ਰਹੀਆਂ ਨੇ। ਵਾਟਸਨ ਨੇ ਇਹ ਵੀ ਕਿਹਾ ਹੈ ਕਿ ਸ਼ਹਿਰ ਵੱਲੋਂ ਕੀਤੇ ਗਏ ਸਰਵੇ ਵਿੱਚ ਕਾਰੋਬਾਰਾਂ ਨੇ ਮਾਸਕ ਲਾਜ਼ਮੀ ਬਣਾਉਣ ਦੀ ਯੋਜਨਾ ਨੂੰ ਸਵੀਕਾਰ ਕੀਤਾ ਹੈ, ਜਿਸ ਨਾਲ ਸੰਕੇਤ ਮਿਲਦਾ ਹੈ ਕਿ ਇਸ ਨਾਲ ਗਾਹਕਾਂ ਨੂੰ ਵਧੇਰੇ ਆਰਾਮ ਮਹਿਸੂਸ ਹੋ ਸਕਦਾ ਹੈ। ਜ਼ਿਕਰ ਖਾਸ ਹੈ ਕਿ ਓਟਾਵਾ ਦੇ ਲੋਕਾਂ ਨੂੰ ਬੱਸ ਲੈਂਦੇ ਸਮੇਂ ਜਾਂ ਰੇਲ ਗੱਡੀ ਵਿੱਚ ਸਫ਼ਰ ਲਈ ਪਹਿਲਾਂ ਹੀ ਮਾਸਕ ਪਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਹੁਣ ਇਨਡੋਰ ਪਬਲਿਕ ਸਪੇਸ ਤੇ ਮਾਸਕ ਨੂੰ ਕਾਨੂੰਨੀ ਤੌਰ ਤੇ ਲਾਜ਼ਮੀ ਕਰਨ ਦੇ ਨਾਲ ਇਸ ਦੀ ਉਲੰਘਣਾ ਕਰਨ ਵਾਲੇ ਤੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਜਾ ਸਕਦੀ ਹੈ।
ਅਮਰੀਕਾ ਵਿੱਚ ਉੱਤਰੀ ਕੈਰੋਲੀਨਾ ਸੂਬੇ ਦੇ ਚਾਰਲੋਟ ਵਿੱਚ ਇੱਕ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਘੱਟੋ-ਘੱਟ 3 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਐਮਰਜੈਂਸੀ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਉੱਤਰੀ ਚਾਰਲੋਟ ਵਿੱਚ ਹਾਈਵੇ ਨੰਬਰ 485 ਤੇ ਵਾਪਰਿਆ। ਅਧਿਕਾਰੀਆਂ ਨੇ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਪਛਾਣ ਅਜੇ ਤੱਕ ਨਹੀਂ ਦੱਸੀ ਹੈ ਤੇ ਨਾ ਹੀ ਇਹ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ। ਅਮਰੀਕਾ ਦੇ 244ਵੇਂ ਸੁਤੰਤਰਤਾ ਦਿਵਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਮੁੱਦੇ ਤੇ ਚੀਨ ਵਿਰੁੱਧ ਇੱਕ ਹੋਰ ਹਮਲਾ ਬੋਲਿਆ। ਟਰੰਪ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਚੀਨ ਤੋਂ ਵਾਇਰਸ ਦੇ ਹਮਲੇ ਤੋਂ ਪਹਿਲਾਂ ਅਮਰੀਕਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਟਰੰਪ ਕੋਰੋਨਾ ਵਾਇਰਸ ਕਾਰਨ ਚੀਨ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਨੇ। ਟਰੰਪ ਨੇ ਕਿਹਾ ਕਿ ਵਿਦੇਸ਼ੀ ਜ਼ਮੀਨਾਂ ਤੇ ਲਗਾਏ ਟੈਰਿਫ ਦੇ ਪ੍ਰਭਾਵ ਨੇ ਅਮਰੀਕਾ ਨੂੰ ਅਗਲੇ ਕਈ ਦਹਾਕਿਆਂ ਲਈ ਫਾਇਦਾ ਦਿਵਾਇਆ ਤੇ ਹੁਣ ਅਸੀਂ ਵੱਡਾ ਵਪਾਰਕ ਸਮਝੌਤਾ ਕਰ ਸਕਦੇ ਹਾਂ। ਜਦੋਂ ਕੁਝ ਦੇਸ਼ਾਂ ਤੋਂ ਅਮਰੀਕਾ ਖਜ਼ਾਨੇ ਵਿੱਚ ਖਰਬਾਂ ਡਾਲਰ ਆ ਰਹੇ ਸਨ, ਉਸ ਸਮੇਂ ਅਸੀਂ ਚੀਨ ਤੋਂ ਆਏ ਵਾਇਰਸ ਨਾਲ ਪ੍ਰਭਾਵਿਤ ਹੋ ਗਏ। ਟਰੰਪ ਨੇ ਕਿਹਾ ਕਿ ਚੀਨ ਨੇ ਇਸ ਬਿਮਾਰੀ ਨੂੰ ਲੁਕੋਇਆ ਜਿਸ ਨਾਲ ਇਹ ਪੂਰੀ ਦੁਨੀਆ ਵਿੱਚ ਫੈਲ ਗਈ। ਚੀਨ ਨੂੰ ਇਸ ਦੇ ਲਈ ਨਿਸ਼ਚਿਤ ਰੂਪ ਨਾਲ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਕੋਰੋਨਾ ਵਾਇਰਸ ਦੇ ਟੀਕੇ ਦੇ ਬਾਰੇ ਵਿੱਚ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸ਼ਾਨਦਾਰ ਢੰਗ ਨਾਲ ਤਰੱਕੀ ਕਰ ਰਹੇ ਹਾਂ। ਟਰੰਪ ਨੇ ਕਿਹਾ ਕਿ ਅਸੀਂ ਹੁਣ ਅਵਿਸ਼ਵਾਸਯੋਗ ਤਰੀਕੇ ਨਾਲ ਬਹੁਤ ਚੰਗਾ ਕਰ ਰਹੇ ਹਾਂ ਅਤੇ ਲਗਾਤਾਰ ਟੈਸਟਿੰਗ ਕਰ ਰਹੇ ਹਾਂ। ਉਨ੍ਹਾਂ ਆਸ ਜ਼ਾਹਿਰ ਕੀਤੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਆ ਜਾਏਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੁਣ ਤੱਕ 4 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿੱਚ 4 ਜੁਲਾਈ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਅਮਰੀਕਾ ਇਸ ਦਿਨ 1776 ਵਿੱਚ ਬ੍ਰਿਟਾਨੀ ਸਾਮਰਾਜ ਤੋਂ ਆਜ਼ਾਦੀ ਦੇ ਘੋਸ਼ਣਾ ਪੱਤਰ ਦੇ ਪ੍ਰਕਾਸ਼ਨ ਦਾ ਜਸ਼ਨ ਮਨਾਉਂਦਾ ਹੈ। ਅਮਰੀਕਾ ਵਿੱਚ ਇਸ ਦਿਨ ਰਾਸ਼ਟਰੀ ਛੁੱਟੀ ਹੁੰਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ 244ਵੇਂ ਆਜ਼ਾਦੀ ਦਿਹਾੜੇ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਥੋਂ ਦੀ ਜਨਤਾ ਨੂੰ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਹੈ ਕਿ ਮੈਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਥੋਂ ਦੇ ਲੋਕਾਂ ਨੂੰ ਅਮਰੀਕਾ ਦੇ 244ਵੇਂ ਆਜ਼ਾਦੀ ਦਿਹਾੜੇ ਮੌਕੇ ਵਧਾਈ ਦਿੰਦਾ ਹਾਂ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿੱਚ ਅਸੀਂ ਆਜ਼ਾਦ ਅਤੇ ਮਨੁੱਖੀ ਉਦਮ ਦੀ ਕਦਰ ਕਰਦੇ ਹਾਂ। ਇਹਨਾਂ ਕਦਰਾਂ ਕੀਮਤਾਂ ਨੂੰ ਲੈ ਕੇ ਇਹ ਦਿਨ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਵਧਾਈ ਸੰਦੇਸ਼ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਬਹੁਤ ਪਿਆਰਾ ਜਿਹਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਹੈ, ਧੰਨਵਾਦ ਮੇਰੇ ਦੋਸਤ। ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਟਵਿੱਟਰ ਤੇ ਗੱਲਬਾਤ ਦਾ ਦੋਹਾਂ ਦੇਸ਼ਾਂ ਦੇ ਲੋਕਾਂ ਨੇ ਸਵਾਗਤ ਕੀਤਾ, ਜਿਸ ਤੋਂ ਬਾਅਦ ਯੂਜ਼ਰਸ ਨੇ ਵੀ ਮੋਦੀ ਦਾ ਧੰਨਵਾਦ ਕੀਤਾ। ਸਿੱਖਸ ਆਫ ਅਮਰੀਕਾ ਸਿੱਖਾਂ ਦੀ ਪਹਿਚਾਣ ਨੂੰ ਮਜ਼ਬੂਤ ਅਤੇ ਅਮਰੀਕੀਆਂ ਨੂੰ ਜਾਗਰੂਕ ਕਰਨ ਲਈ ਹਰ ਸਾਲ 4 ਜੁਲਾਈ ਨੂੰ ਵਾਸ਼ਿੰਗਟਨ ਡੀਸੀ ਦੀ ਪਰੇਡ ਵਿੱਚ ਸ਼ਾਮਿਲ ਹੁੰਦਾ ਸੀ, ਜਿੱਥੇ ਮੈਟਰੋਪੋਲੀਟਨ ਦੇ ਸਿੱਖ ਹੁਮ-ਹੁਮਾ ਕੇ ਹਿੱਸਾ ਲੈਂਦੇ ਆ ਰਹੇ ਸਨ। ਕੋਰੋਨਾ ਵਾਇਰਸ ਕਰਕੇ ਇਸ ਸਾਲ ਇਹ ਪਰੇਡ ਰੱਦ ਕਰ ਦਿੱਤੀ ਗਈ ਹੈ, ਜਿਸ ਕਰਕੇ ਸਿੱਖਸ ਆਫ ਅਮਰੀਕਾ ਆਪਣੀਆਂ ਭਾਵਨਾਵਾਂ ਨੂੰ ਅਮਰੀਕੀਆਂ ਅਤੇ ਅਮਰੀਕਾ ਨਾਲ ਪਿਆਰ ਕਰਨ ਵਾਲਿਆਂ ਨਾਲ ਸਾਂਝਾ ਕਰ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸਰਦਾਰ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਆਜ਼ਾਦੀ ਦੀ ਕਦਰ ਕਰਦੇ ਹਾਂ ਅਤੇ ਉਹਨਾਂ ਦਾ ਸਨਮਾਨ ਕਰਦੇ ਹਾਂ, ਜਿਨ੍ਹਾਂ ਨੇ ਇਸ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੈ। ਜਿਵੇਂ ਕਿ ਅਸੀਂ ਇਸ 4 ਜੁਲਾਈ ਦੇ ਆਜ਼ਾਦੀ ਦਿਵਸ ਦੇ ਐਲਾਨਕਾਰਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦੇਸ਼ ਦੇ ਜ਼ੁਲਮ ਦੇ ਵਿਰੁੱਧ ਆਜ਼ਾਦੀ ਪ੍ਰਾਪਤ ਕੀਤੀ ਹੈ। ਇਹ ਤਿਉਹਾਰ ਸਾਡੇ ਸਾਰੇ ਮੈਂਬਰਾਂ ਅਤੇ ਬਜ਼ੁਰਗਾਂ ਲਈ ਇੱਕ ਖਾਸ ਅਹਿਮੀਅਤ ਰੱਖਦਾ ਹੈ। ਅਸੀਂ ਸਭ ਦਾ ਸਨਮਾਨ ਕਰਦੇ ਹਾਂ ਅਤੇ ਸਮੂਹ ਅਮਰੀਕੀਆਂ ਅਤੇ ਅਮਰੀਕਾ ਨੂੰ ਪਿਆਰ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹਾਂ। ਅਮਰੀਕਾ ਦੇ ਦੱਖਣੀ ਕੈਰੋਲੀਨਾ ਨਾਈਟ ਕਲੱਬ ਵਿੱਚ ਗੋਲੀਬਾਰੀ ਹੋਣ ਦੀ ਖਬਰ ਹੈ, ਜਿਸ ਵਿੱਚ 12 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਸ਼ੈਰਿਫ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 4 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਗ੍ਰੀਨਵਿਲੇ ਕਾਉਂਟੀ ਸ਼ੈਰਿਫ ਡਿਪਟੀ ਨੇ ਤੜਕੇ ਲੈਵਿਸ਼ ਲਾਉਂਜ ਵਿੱਚ ਕੁਝ ਗੜਬੜੀ ਦੇਖੀ ਅਤੇ ਇਮਾਰਤ ਦੇ ਅੰਦਰ ਹੋ ਰਹੀ ਗੋਲੀਬਾਰੀ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ। ਅਧਿਕਾਰੀ ਜ਼ਖਮੀਆਂ ਨੂੰ ਹਸਪਤਾਲ ਲੈ ਗਏ, ਜਦਕਿ ਹੋਰਾਂ ਨੂੰ ਨਿੱਜੀ ਵਾਹਨਾਂ ਰਾਹੀਂ ਲਿਜਾਇਆ ਗਿਆ। ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਦੇ ਸਿਲਸਿਲੇ ਵਿੱਚ ਕਿਸੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਨਹੀਂ। ਕੋਰੋਨਾ ਵਾਇਰਸ ਇਨਫੈਕਸ਼ਨ ਦਰਮਿਆਨ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਆਪਣੀਆਂ ਪ੍ਰਚਾਰ ਮੁਹਿੰਮਾਂ ਲਈ ਸੋਸ਼ਲ ਮੀਡੀਆ ਮੰਚਾਂ ਤੇ ਨਿਰਭਰ ਨੇ। ਅਜਿਹੇ ਵਿੱਚ ਦੋਨਾਂ ਉਮੀਦਵਾਰ ਇਹਨਾਂ ਮੰਚਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਟਰੰਪ ਫੇਸਬੁੱਕ ਤੇ ਆਪਣੇ ਚੋਣ ਪ੍ਰਚਾਰ ਮੁਹਿੰਮ ਅਕਾਊਂਟ ਰਾਹੀਂ ਰੋਜ਼ਾਨਾ ਔਸਤਨ 14 ਪੋਸਟ ਆਪਣੇ 2 ਕਰੋੜ 80 ਲੱਖ ਫਾਲੋਅਰਸ ਨੂੰ ਭੇਜਦੇ ਨੇ, ਜਦਕਿ ਬਿਡੇਨ ਦੇ ਸਿਰਫ 20 ਲੱਖ ਫਾਲੋਅਰਸ ਨੇ। ਇਸੇ ਤਰ੍ਹਾਂ ਬਿਡੇਨ ਦੇ ਮੁਕਾਬਲੇ ਵਿੱਚ ਟਰੰਪ ਦੀ ਹੋਰ ਸੋਸ਼ਲ ਮੀਡੀਆ ਮੰਚਾਂ ਤੇ ਪਹੁੰਚ ਅਤੇ ਫਾਲੋਅਰ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਜਿਹੇ ਵਿੱਚ ਬਿਡੇਨ ਨੇ ਸੋਸ਼ਲ ਮੀਡੀਆ ਤੇ ਆਪਣੀ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ। ਟਵਿੱਟਰ ਤੇ ਟਰੰਪ ਦੇ 8 ਕਰੋੜ 24 ਲੱਖ ਅਤੇ ਬਿਡੇਨ ਦੇ 64 ਲੱਖ ਫਾਲੋਅਰਸ ਨੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ
ਮੀਮ ਬਣਾਉਣ ਵਾਲੇ ਅਤੇ ਸਿਆਸੀ ਤੌਰ ਤੇ ਪ੍ਰਭਾਵਿਤ ਕਰਨ ਵਾਲੇ ਲੋਕਾਂ ਦੀ ਡਿਜੀਟਲ ਫੌਜ ਤਿਆਰ ਕਰਨ ਵਿੱਚ ਸਾਲਾਂ ਲਗਾਏ ਨੇ। ਇਹ ਲੋਕ ਟਰੰਪ ਚੋਣ ਪ੍ਰਚਾਰ ਮੁਹਿੰਮ ਦੇ ਸੁਨੇਹਿਆਂ ਨੂੰ ਰੋਜ਼ਾਨਾ ਸੈਂਕੜੇ ਰੀਟਵੀਟ ਕਰਦੇ ਨੇ। ਗੂਗਲ ਅਤੇ YouTube ਤੇ ਟਰੰਪ ਬਿਡੇਨ ਦੇ ਮੁਕਾਬਲੇ ਤਿਗੁਣਾ ਪੈਸਾ ਖਰਚ ਕਰ ਰਹੇ ਨੇ। ਬਿਡੇਨ ਅਤੇ ਉਹਨਾਂ ਦੇ ਸਹਿਯੋਗੀ ਆਪਣਾ ਸੋਸ਼ਲ ਮੀਡੀਆ ਬਲ ਤਿਆਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਜੂਨ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਬਿਡੇਨ ਨੇ ਫੇਸਬੁੱਕ ਤੇ ਵਿਗਿਆਪਨ ਲਈ ਟਰੰਪ ਦੀ ਤੁਲਨਾ ਵਿੱਚ ਜ਼ਿਆਦਾ ਰਕਮ ਖਰਚ ਕੀਤੀ। ਮੈਕਸੀਕੋ ਕੋਰੋਨਾ ਵਾਇਰਸ ਮੌਤਾਂ ਦੇ ਮਾਮਲੇ ਵਿੱਚ ਫਰਾਂਸ ਨੂੰ ਪਿੱਛੇ ਛੱਡ ਵਿਸ਼ਵ ਵਿੱਚ ਹੁਣ 5ਵਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਚੁੱਕਿਆ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਦੇ ਤਕਰੀਬਨ 7000 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਸਿਹਤ ਮੰਤਰਾਲੇ ਵਿੱਚ ਮਹਾਮਾਰੀ ਕੇਂਦਰ ਦੇ ਨਿਰਦੇਸ਼ਕ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 30,000 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਹਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 6,914 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਸ ਦੌਰਾਨ 523 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ। ਉੱਥੇ ਹੀ ਮੈਕਸੀਕੋ ਸ਼ਹਿਰ ਦੇ ਅਧਿਕਾਰੀਆਂ ਨੇ ਸੜਕਾਂ ਤੇ ਭੀੜ ਹੋਣ ਤੋਂ ਬਾਅਦ ਇਤਿਹਾਸਿਕ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੈਕਸੀਕੋ ਸਿਟੀ ਸਰਕਾਰ ਨੇ ਕਿਹਾ ਕਿ ਉਹ ਕਾਰੋਬਾਰ ਜੋ ਕੋਰੋਨਾ ਵਾਇਰਸ ਸੰਬੰਧੀ ਲਾਗੂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰਾਂ ਨੂੰ 15 ਦਿਨਾਂ ਲਈ ਬੰਦ ਕਰ ਦਿੱਤਾ ਜਾਏਗਾ। ਭਾਰਤ ਦੇ ਪਿੰਡਾਂ ਤੋਂ ਲੈ ਕੇ ਵੱਖ-ਵੱਖ ਦੇਸ਼ਾਂ ਵਿੱਚ ਵੀ ਬਾਈਕਾਟ ਚਾਈਨਾ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ। ਇਸੇ ਕੜੀ ਵਿੱਚ ਡਰੈਗਨ ਦੀ ਹਮਲਾਵਰ ਨੀਤੀ ਦੇ ਖਿਲਾਫ ਭਾਰਤੀ ਅਮਰੀਕੀਆਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਟਾਈਮਸ ਸਕੁਆਇਰ ਤੇ ਬਾਈਕਾਟ ਚਾਈਨਾ ਦੇ ਨਾਅਰੇ ਗੂੰਜੇ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਚਾਈਨੀਜ਼ ਬਦਮਾਸ਼ੀ ਰੋਕੋ ਅਤੇ ਹਮ ਸ਼ਹੀਦ ਜਵਾਨਾਂ ਨੂੰ ਸਲਾਮ ਕਰਦੇ ਹਾਂ ਵਰਗੇ ਨਾਅਰੇ ਲਿਖੇ ਹੋਏ ਤਖਤੀਆਂ ਸਨ। ਪ੍ਰਦਰਸ਼ਨ ਵਿੱਚ ਤਿੱਬਤੀ ਅਤੇ ਤਾਈਵਾਨੀ ਭਾਈਚਾਰੇ ਦੇ ਮੈਂਬਰ ਵੀ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਚੀਨ ਦੁਨੀਆ ਤੇ ਦਾਦਾਗਿਰੀ ਜਮਾਉਣਾ ਚਾਹੁੰਦਾ ਹੈ। ਚੀਨ ਅਮਰੀਕਾ ਅਤੇ ਭਾਰਤ ਨੂੰ ਬਰਬਾਦ ਕਰਨਾ ਚਾਹੁੰਦਾ ਹੈ, ਪਰ ਇਸ ਵਾਰ ਉਸਨੇ ਹਮਲਾਵਰ ਨੀਤੀ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਚੀਨ ਨੇ ਤਿੱਬਤ ਵਿੱਚ ਕਤਲੇਆਮ ਕੀਤਾ ਤੇ ਦੇਖੋ ਉਹਨਾਂ ਨੇ ਮੁਸਲਮਾਨਾਂ ਨਾਲ ਕੀ ਕੀਤਾ ਹੈ। ਮਨੁੱਖੀ ਅਧਿਕਾਰਾਂ ਦੀ ਸਭ ਤੋਂ ਖਰਾਬ ਵਰਤੋਂ ਚੀਨ ਵਿੱਚ ਹੋਈ ਹੈ। ਗਲਵਾਨ ਝੜਪ ਤੋਂ ਬਾਅਦ ਚੀਨ ਦੇ ਖਿਲਾਫ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਚੁੱਕੇ ਨੇ। ਉੱਥੇ ਦੇਸ਼ ਤੋਂ ਕੱਢੇ ਗਏ ਤਿੱਬਤੀ ਸੰਸਦ ਦੇ ਮੈਂਬਰ ਨੇ ਕਿਹਾ ਕਿ ਤਿੱਬਤ ਦੇ ਲੋਕ ਭਾਰਤੀ ਜ਼ਮੀਨ ਵਿੱਚ ਚੀਨੀ ਘੁਸਪੈਠ ਦਾ ਜ਼ੋਰਦਾਰ ਵਿਰੋਧ ਕਰਦੇ ਨੇ। ਕੋਰੋਨਾ ਵਾਇਰਸ ਨਾਲ ਨਜਿੱਠ ਰਹੀ ਦੁਨੀਆ ਲਈ ਚੰਗੀ ਖਬਰ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਪ੍ਰਭਾਵੀ ਦਵਾਈ ਦੇ ਕਲੀਨਿਕਲ ਟ੍ਰਾਇਲ ਦਾ ਪਹਿਲਾ ਨਤੀਜਾ 2 ਹਫ਼ਤੇ ਵਿੱਚ ਆ ਜਾਏਗਾ। WHO ਦੇ ਡਾਇਰੈਕਟਰ ਨੇ ਕਿਹਾ ਕਿ ਇਸ ਪ੍ਰੀਖਣ ਲਈ 39 ਦੇਸ਼ਾਂ ਵਿੱਚ ਸਵੈ-ਇੱਛਿਤ ਰੂਪ ਨਾਲ ਜੋੜਿਆ ਗਿਆ ਹੈ। ਡਾਕਟਰ ਟ੍ਰੈਡੋਸ ਨੇ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ 2 ਹਫ਼ਤਿਆਂ ਦੇ ਅੰਦਰ ਅੰਤਰਿਮ ਨਤੀਜੇ ਆ ਜਾਣਗੇ। ਕੋਰੋਨਾ ਵਾਇਰਸ ਦੇ ਇਲਾਜ ਲਈ ਇਸ ਟ੍ਰਾਇਲ ਨੂੰ 5 ਹਿੱਸਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਆਪਾਤ ਸੰਬੰਧੀ ਸਥਿਤੀਆਂ ਦੇ ਪ੍ਰਮੁੱਖ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਦੇ ਮੌਜੂਦਾ ਦੌਰ ਨਾਲ ਲੜਨ ਦੀ ਜ਼ਰੂਰਤ ਹੈ, ਨਾ ਕਿ ਇਸ ਤੇ ਧਿਆਨ ਦੇਣ ਦੀ ਕਿ ਇਸ ਵਾਇਰਸ ਦਾ ਦੂਜਾ ਦੌਰ ਕਦੋਂ ਆਏਗਾ। WHO ਦੇ ਅਧਿਕਾਰੀ ਇਸ ਵਾਇਰਸ ਨਾਲ ਲੜਨ ਵਿੱਚ ਅਹਿਮ ਰਣਨੀਤੀਆਂ ਦੇ ਤੌਰ ਤੇ ਮਾਸਕ ਪਾਉਣ, ਸਮਾਜਿਕ ਦੂਰੀ ਦਾ ਪਾਲਣ ਕਰਨ ਅਤੇ ਸਾਫ਼ ਸਫਾਈ ਰੱਖਣ ਦੇ ਨਾਲ ਹੀ ਪ੍ਰਭਾਵਿਤਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਤੇ ਜ਼ੋਰ ਦਿੰਦੇ ਨੇ। ਮਹਾਮਾਰੀ ਦੌਰਾਨ 6 ਫਾਰ ਹਿਊਮੈਨਿਟੀ ਅਤੇ ਫ੍ਰੀਮੌਂਟ ਗੁਰਦੁਆਰਾ ਦੀ ਸੰਗਤ ਵੱਲੋਂ ਸਾਂਝੇ ਤੌਰ ਤੇ ਨਿਵੇਕਲੇ ਢੰਗ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਦੌਰਾਨ ਵਲੰਟੀਅਰਾਂ ਵੱਲੋਂ ਲੋਕਲ ਕਮਿਊਨਿਟੀ ਨੂੰ ਆਜ਼ਾਦੀ ਦਿਵਸ ਮੌਕੇ ਤੇ ਸੈਨੀਟਾਈਜ਼ਰ, ਮਾਸਕ, ਫਲ ਫਰੂਟ, ਬ੍ਰੈਡ ਅਤੇ ਸਬਜ਼ੀਆਂ ਆਦਿ ਵੰਡ ਕੇ ਲੋੜਵੰਦਾਂ ਦੀ ਮਦਦ ਕੀਤੀ ਗਈ। ਸਿਟੀ ਬੀਐਸ ਵੱਲੋਂ ਕੰਮ ਕਰ ਰਹੇ ਸੇਵਾਦਾਰ ਅਤੇ ਵਲੰਟੀਅਰਾਂ ਦਾ ਧੰਨਵਾਦ ਤੇ ਹੌਸਲਾ ਅਫਜ਼ਾਈ ਕੀਤੀ ਗਈ। ਅਮਰੀਕਾ 'ਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕੁਦਰਤੀ ਤਬਾਹੀ, ਮਹਾਮਾਰੀ ਦੇ ਦੌਰਾਨ ਮਦਦ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਚੇਤਨ ਸੰਸਥਾ 6 ਫਾਰ ਹਿਊਮੈਨਿਟੀ ਅਤੇ ਫ੍ਰੀਮੌਂਟ ਗੁਰਦੁਆਰਾ ਦੀ ਸੰਗਤ ਵੱਲੋਂ ਸਾਂਝੇ ਤੌਰ ਉੱਤੇ ਕੋਵਿਡ-19 ਦੀ ਮਾਰ ਤੋਂ ਪ੍ਰਭਾਵਿਤ ਲੋਕਲ ਕਮਿਊਨਿਟੀ ਨੂੰ ਸੁੱਕੀ ਰਸਦ, ਸੈਨੀਟਾਈਜ਼ਰ, ਮਾਸਕ, ਫਲ ਫਰੂਟ, ਬ੍ਰੈਡ ਤੇ ਸਬਜ਼ੀਆਂ ਆਦਿ ਵੰਡ ਕੇ ਇੱਕ ਨਿਵੇਕਲੇ ਢੰਗ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਦੌਰਾਨ 35 ਤੋਂ 40 ਦੇ ਕਰੀਬ ਵਲੰਟੀਅਰਾਂ ਵੱਲੋਂ ਪਿਛਲੇ 3-4 ਦਿਨ ਦੀ ਲਗਾਤਾਰ ਮਿਹਨਤ ਨਾਲ ਸੁੱਕੀ ਰਸਦ ਸਟੋਰਾਂ ਤੋਂ ਖਰੀਦ ਕੇ ਅਲੱਗ ਕੈਰੀ ਬੈਗ 'ਚ ਬਹੁਤ ਹੀ ਸੁਚੱਜੇ ਢੰਗ ਨਾਲ ਪੈਕ ਕੀਤੀ ਗਈ। ਇਸ ਫੂਡ ਡਰਾਈਵ ਦੀ ਜ਼ਰੂਰਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ 10:30 ਵਜੇ ਸ਼ੁਰੂ ਹੋਣ ਵਾਲੀ ਡਰਾਈਵ ਵਿੱਚ ਰਸਦ ਪ੍ਰਾਪਤ ਕਰਨ ਵਾਲੇ ਜ਼ਰੂਰਤਮੰਦ ਲੋਕ ਕਰੀਬ ਸਵੇਰੇ 8 ਵਜੇ ਆਪਣੀਆਂ ਗੱਡੀਆਂ ਨਾਲ ਲਾਈਨ ਵਿੱਚ ਲੱਗ ਗਏ ਤੇ ਇਸ ਡਰਾਈਵ ਦੇ ਸ਼ੁਰੂ ਹੋਣ ਦੀ ਉਡੀਕ ਕਰਨ ਲੱਗੇ। ਇਸ ਮਹਾਮਾਰੀ ਦੌਰਾਨ ਜਿੱਥੇ ਆਮ ਆਦਮੀ ਆਪਣੀ ਨਿੱਜੀ ਜ਼ਰੂਰਤ ਲਈ ਸਟੋਰ ਤੇ ਜਾਣ ਤੋਂ ਵੀ ਘਬਰਾਉਂਦਾ ਹੈ, ਉੱਥੇ ਸੇਵਾਦਾਰਾਂ ਦਾ ਨੰਗੇ ਧੜ ਲਗਾਤਾਰ ਸੇਵਾ ਕਰਨਾ ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਕਦੇ ਵੀ ਸੰਭਵ ਨਹੀਂ ਸੀ। ਜਿੱਥੇ ਰਸਮੀ ਤੌਰ ਉੱਤੇ ਪੁਲਿਸ ਚੀਫ ਵੱਲੋਂ ਝੰਡੀ ਦਿਖਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ, ਇੱਥੇ ਸਿਟੀ ਮੇਅਰ ਲਗਾਤਾਰ
ਸਾਰੇ ਸਟਾਲਾਂ ਉੱਤੇ ਖੁਦ ਜਾ ਕੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਤੇ ਹੌਸਲਾ ਅਫਜ਼ਾਈ ਕਰਦੇ ਦਿਖਾਈ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਔਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਜਿਹੜਾ ਕੋਵਿਡ-19 ਦਾ ਜਿਹੜਾ ਬੜਾ ਵੱਡੀ ਮਹਾਮਾਰੀ ਚੱਲ ਰਹੀ ਹੈ ਉਹਦੇ ਵਿਕਟਮਸ ਵਾਸਤੇ 4 ਜੁਲਾਈ ਜਿਹੜਾ ਕਿ ਅਮਰੀਕਾ ਦਾ ਆਜ਼ਾਦੀ ਦਿਵਸ ਹੈ ਉਹਨੂੰ ਮਨਾਉਣ ਦਾ ਇੱਕ ਬੜਾ ਹੀ ਵਿਲੱਖਣ ਢੰਗ ਅਪਣਾਇਆ ਗਿਆ ਸਿਕਸ ਫਾਰ ਹਿਊਮੈਨਿਟੀ ਔਰ ਫਰੀਮਾਉਂਟ ਗੁਰਦੁਆਰਾ ਸਾਹਿਬ ਦੀ ਲੋਕਲ ਸੰਗਤ ਵੱਲੋਂ, ਜਿਹਦੇ ਤਹਿਤ ਇਸ ਕੋਵਿਡ-19 ਜਾਂ ਜਿਹੜਾ ਕਰੋਨਾ ਵਾਇਰਸ ਆ ਉਹਦੇ ਇਫੈਕਟਿਵ ਜਿੰਨੀਆਂ ਵੀ ਪਰਿਵਾਰ ਹਨ, ਜਿੰਨੀਆਂ ਵੀ ਫੈਮਲੀਜ਼ ਹਨ, ਉਹਨਾਂ ਨੂੰ ਡਰਾਈ ਗਰੋਸਰੀਜ਼ ਜੋ ਰਸਦ ਹੈ, ਸੁੱਕੀ ਰਸਦ ਜਿਹੜੀ ਹੈ ਉਹ ਵੰਡੀ ਜਾ ਰਹੀ ਹੈ, ਜਿਹਦੇ ਵਿੱਚ ਸੈਨੀਟਾਈਜ਼ਰ, ਮਾਸਕ ਵੰਡੇ ਜਾ ਰਹੇ ਹਨ। ਕੁਕਡ ਫੂਡ ਜਿਹੜਾ ਹੈਗਾ, ਲੰਗਰ, ਐਕਚੁਅਲ ਲੰਗਰ ਜਿਹੜਾ ਆ ਕੁੱਕ ਕੀਤਾ ਹੋਇਆ, ਪਕਾਇਆ ਹੋਇਆ ਲੰਗਰ, ਉਹ ਵੀ ਵਰਤਾਇਆ ਜਾ ਰਿਹਾ ਔਰ ਇੱਕ ਬੜਾ ਹੀ ਵਿਲੱਖਣ ਤਰ੍ਹਾਂ ਦਾ ਤਰੀਕਾ ਹੈ, ਬੜਾ ਹੀ ਆਪਣੇ ਆਪ ਵਿੱਚ ਇੱਕ ਵੱਖਰਾ ਢੰਗ ਹੈ ਗੁਰੂ ਨਾਨਕ ਸਾਹਿਬ ਦੇ ਆਸ਼ੇ ਨੂੰ ਸਮਰਪਿਤ, ਜਿਹਦੇ ਵਿੱਚ ਹਰ ਤਰ੍ਹਾਂ ਦਾ ਸੁੱਕਾ ਭੋਜਨ ਔਰ ਸੁੱਕੀ ਰਸਦ ਔਰ ਬਣਿਆ ਹੋਇਆ ਭੋਜਨ ਜਿਹੜਾ ਉਹ ਦਿੱਤਾ ਜਾ ਰਿਹਾ। ਮੋਦੀਖਾਨੇ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਕੁਛ ਉਸ ਦਾ ਨਜ਼ਾਰਾ ਵੀ ਇਸੇ ਤਰ੍ਹਾਂ ਹੁੰਦਾ ਹੋਵੇਗਾ ਜਦੋਂ ਸੰਗਤਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਮਾਨ ਲੈਣ ਆਉਂਦੀਆਂ ਹੋਣਗੀਆਂ। ਗੁਰੂ ਦੇ ਸਿੱਖ ਦਾ ਇਹ ਫਰਜ਼ ਬਣਦਾ ਕਿ ਜਿਹੋ ਜਿਹੇ ਨਜ਼ਾਰੇ ਗੁਰੂ ਸਾਹਿਬ ਨੇ ਆਪਣੇ ਵੇਲਿਆਂ ਦੇ ਵਿੱਚ ਬਣਾਏ ਸਨ, ਗੁਰੂ ਦੇ ਸਿੱਖ ਦੀ ਇਹ ਡਿਊਟੀ ਬਣਦੀ ਹੈ, ਉਹਦਾ ਫਰਜ਼ ਬਣਦਾ ਕਿ ਉਹੋ ਜਿਹੇ ਪਦ ਚਿੰਨ੍ਹਾਂ ਦੇ ਉੱਤੇ ਚੱਲਦਿਆਂ ਗੁਰੂ ਦਾ ਸਿੱਖ ਵੀ ਉਹੋ ਜਿਹੇ ਕੰਮ ਕਰੇ। ਸੋ ਉਹੋ ਜਿਹੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਸਿਕਸ ਫਾਰ ਹਿਊਮੈਨਿਟੀ ਔਰ ਲੋਕਲ ਸੰਗਤ ਦੇ ਸਹਿਯੋਗ ਦੇ ਨਾਲ। ਬੜਾ ਹੀ ਕਮਾਲ ਦੇ ਤਰੀਕੇ ਦੇ ਨਾਲ ਇਹ ਕੰਮ, ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਕੰਮ ਵਿੱਢਿਆ ਗਿਆ ਔਰ ਕੰਟੀਨਿਊਸ ਚੱਲ ਰਿਹਾ, ਜਿਹਦੇ ਵਿੱਚ ਲਗਭਗ 1 ਮਿੰਟ ਦੇ ਵਿੱਚ 2 ਤੋਂ 3 ਕਾਰਾਂ ਜਿਹੜੀਆਂ ਉਹਨਾਂ ਨੂੰ ਸਰਵ ਕੀਤਾ ਜਾ ਰਿਹਾ। ਕੋਵਿਡ-19 ਦੀਆਂ ਜਿਹੜੀਆਂ ਸਾਰੀਆਂ ਪ੍ਰੀਕਾਸ਼ਨਸ ਹਨ, ਸੋਸ਼ਲ ਡਿਸਟੈਂਸਿੰਗ ਹੈ, ਮਾਸਕ ਹੈ। ਬੇਸ਼ੱਕ ਮੈਨੂੰ ਆਪਣਾ ਮਾਸਕ ਕੁਝ ਸਮੇਂ ਲਈ ਬੋਲਣ ਵਾਸਤੇ ਉਤਾਰਨਾ ਪਿਆ, ਪਰ ਆਮ ਜਿਹੜੇ ਵਲੰਟੀਅਰਸ ਹਨ, ਸਾਰੇ ਸੇਵਾਦਾਰ ਹਨ, ਉਹਨਾਂ ਵੱਲੋਂ ਬੜੇ ਹੀ ਪਿਆਰ ਦੇ ਨਾਲ, ਬੜੇ ਹੀ ਸੇਵਾ ਭਾਵਨਾ ਦੇ ਨਾਲ ਇਹ ਸਾਰੇ ਕੰਮ ਨੂੰ ਕੰਪਲੀਟ ਕੀਤਾ ਜਾ ਰਿਹਾ, ਬੜੇ ਸਾਰੇ ਕੰਮ ਨੂੰ ਨਿਪਰੇ ਚਾੜਿਆ ਜਾ ਰਿਹਾ। ਆਸ ਕਰਦੇ ਹਾਂ ਕਿ ਕੋਈ 500 ਦੇ ਕਰੀਬ ਪਰਿਵਾਰਾਂ ਨੂੰ ਅੱਜ ਜਿਹੜੀ ਡਰਾਈ ਗਰੋਸਰੀ ਆ ਉਹਨਾਂ ਦਾ ਆਉਣ ਵਾਲੇ ਹਫ਼ਤੇ ਡੇਢ ਹਫ਼ਤੇ ਦਾ ਜਿਹੜਾ ਸਮਾਨ ਹੈ ਉਹ ਦਿੱਤਾ ਜਾਵੇਗਾ। ਗੁਰੂ ਮਹਾਰਾਜ ਕਿਰਪਾ ਕਰਨ। ਜਿਨ੍ਹਾਂ ਵੀ ਸੱਜਣਾ ਨੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਫਾਈਨੈਂਸ਼ੀਅਲ ਮਦਦ ਕੀਤੀ ਹੈ, ਵਿੱਤੀ ਤੌਰ ਤੇ ਇਸ ਕੰਮ ਵਿੱਚ ਸਹਿਯੋਗ ਪਾਇਆ, ਉਹਨਾਂ ਸਾਰਿਆਂ ਦੇ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖਣ, ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖਣ, ਤਾਂ ਕਿ ਕੋਈ ਇਸ ਕੰਮ ਕਰਦਿਆਂ ਕੋਈ ਐਸੀ ਤਰ੍ਹਾਂ ਦੀ ਗਲਤੀ ਨਾ ਹੋ ਜਾਏ ਔਰ ਤਾਂ ਕਿ ਜਿਹੜਾ ਕੋਵਿਡ ਦਾ ਜਾਂ ਇਹ ਕਰੋਨਾ ਵਾਇਰਸ ਦਾ ਜਿਹੜਾ ਪ੍ਰਭਾਵ ਆ ਉਹ ਸਾਡੇ ਉੱਤੇ ਕਿਸ ਤਰ੍ਹਾਂ ਪਵੇ। ਗੁਰੂ ਸਾਹਿਬ ਸਭ ਸਾਡੇ ਕਿਰਪਾ ਕਰਨਗੇ। ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 4 ਜੁਲਾਈ ਦਾ ਦਿਨ ਅਮਰੀਕਾ ਦੀ ਧਰਤੀ ਤੇ ਜੇ ਗੱਲ ਕਰੀਏ ਇੰਡੀਆ ਦੀ, ਜਿੱਥੋਂ ਅੱਜ ਦੀ ਤਰੀਕ 'ਚ ਬਾਬੇ ਨਾਨਕ ਦੇ ਮੋਦੀਖਾਨੇ ਦੀ ਗੱਲ ਚੱਲੀ ਪੰਜਾਬ ਦੀ ਧਰਤੀ ਤੋਂ, ਅਸੀਂ ਪੰਜਾਬ ਦੀ ਧਰਤੀ ਤੋਂ ਆ ਕੇ ਬਾਹਰ ਵੀ ਕਈ ਪੰਜਾਬ ਵਸਾਏ ਤੇ ਸਿਟੀ ਆਫ ਫਰੀਮਾਉਂਟ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦਾ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਹੈ, ਜਿੱਥੇ ਸਿੱਖਾਂ ਦੀ ਕਾਫੀ ਵਸੋਂ ਹੈ ਔਰ ਸਿੱਖ ਕਾਫੀ ਉੱਚੇ ਅਹੁਦੇ ਤੇ ਇਸ ਏਰੀਆ ਦੇ ਵਿੱਚ, ਇਹਨੂੰ ਬੇ ਏਰੀਆ ਵੀ ਕਹਿ ਦਿੰਦੇ ਨੇ। ਤੇ ਉੱਥੇ ਫਰੀਮਾਉਂਟ ਸਿਟੀ ਦੇ ਵਿੱਚ ਇੱਕ ਫੂਡ ਡਰਾਈਵ ਲੱਗੀ ਆ, ਜਿੱਥੇ ਸਾਡੇ ਨਾਲ ਸੱਜਣ ਇਕੱਠੇ ਹੋਏ ਨੇ, ਸਰਦਾਰ ਅਵਤਾਰ ਸਿੰਘ ਜੀ ਤੇ ਸਰਦਾਰ ਧਰਮਵੀਰ ਸਿੰਘ ਜੀ। ਉਹ ਦੱਸਣਗੇ ਵੀ ਜਿਹੜੀ ਅੱਜ ਫੂਡ ਡਰਾਈਵ ਆ ਉਹਦੇ ਵਿੱਚ ਅਸੀਂ ਕਮਿਊਨਿਟੀ ਵੱਲੋਂ, ਸਿਟੀ ਆਫ ਫਰੀਮਾਉਂਟ ਵੱਲੋਂ, ਫੈਮਿਲੀ ਰਿਸੋਰਸ ਸੈਂਟਰ ਵੱਲੋਂ, ਸਿਕਸ ਫਾਰ ਹਿਊਮੈਨਿਟੀ ਵੱਲੋਂ ਤੇ ਫਰੀਮਾਉਂਟ ਗੁਰੂ ਘਰ ਵੱਲੋਂ ਅਸੀਂ ਸੰਗਤਾਂ ਨੂੰ ਅੱਜ ਕੀ ਕੁਛ ਇੱਥੇ ਤਿਲ ਫੁੱਲ ਜਿਹੜੀ ਭੇਂਟਾ ਕੀਤੀ ਆ। ਧਰਮਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ ਕਿ ਅੱਜ 4 ਜੁਲਾਈ ਦਾ ਦਿਨ ਹੈ ਅਮਰੀਕਾ ਦੇ ਲਈ। ਸੋ ਗੁਰੂ ਨਾਨਕ ਸਾਹਿਬ ਦੀ ਰਹਿਮਤ ਨਾਲ ਜਿਹੜਾ ਸੰਦੇਸ਼ ਉਹਨਾਂ ਨੇ ਦਿੱਤਾ ਲੰਗਰ ਦੀ ਪ੍ਰਥਾ ਦਾ, ਸਾਰਿਆਂ ਦੀ ਹੈਲਪ ਲਈ, ਸੋ ਆਪਾਂ ਇੱਕ ਪੈਕੇਟ ਬਣਾਇਆ ਹੋਇਆ ਹੈ ਜਿਹਦੇ ਵਿੱਚ ਬ੍ਰੈਡ ਹੈਗੀ, ਔਨੀਅਨ ਹੈਗਾ, ਪਟਾਟੋ ਹੈਗਾ ਔਰ ਐਪਲ ਹੈਗੇ,
ਤੇ ਬਣਾਉਣਾ ਹੈਗਾ। ਹੋਰ ਵੀ ਸਟਾਲ ਲੱਗੀ ਹੋਈਆਂ ਫੂਡਾਂ ਦੀ, ਤੋਂ ਆਪਾਂ ਸਰਵ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਜੀ ਜਿੱਥੇ ਪ੍ਰੋਡਿਊਸ ਸੀ ਇਹ ਸਟਾਲ ਦੇ। ਇਦਾਂ ਦੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਇੱਥੇ 4 ਸਟਾਲ ਲੱਗੇ ਨੇ। ਇਹ ਸਟਾਲ ਤੇ ਫੂਡ ਦਾ ਲੰਗਰ ਸੀ, ਦੂਜੇ ਸਟਾਲ ਤੇ ਵੀ ਗਰੋਸਰੀਜ਼ ਨੇ। ਉਹ ਸਟਾਲ ਹੈ 6 ਫॉर ਹਿਊਮੈਨਿਟੀ ਦਾ, ਜਿੱਥੇ ਫੇਸ ਮਾਸਕ, ਸੈਨੀਟਾਈਜ਼ਰ ਉਹਨਾਂ ਦਾ ਲੰਗਰ ਲੱਗਿਆ। ਸੋ ਸਾਰੀਆਂ ਸੰਗਤਾਂ ਦਾ ਜਿਹੜੇ ਵੀ ਅੱਜ ਇੱਥੇ ਸੇਵਾ ਕਰਨ ਪਹੁੰਚੇ, ਉਹਨਾਂ ਸਾਰਿਆਂ ਦਾ ਚੜ੍ਹਦੀ ਕਲਾ ਟੀਵੀ ਵੱਲੋਂ, 6 ਫॉर ਹਿਊਮੈਨਿਟੀ ਵੱਲੋਂ, ਫਰੀਮੌਂਟ ਗੁਰੂ ਘਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਕਰੇ ਜਿਹੜੀ ਇਹ ਕੋਵਿਡ-19 ਦਾ ਜਿਹੜਾ ਪ੍ਰਕੋਪ ਜਾਰੀ ਹੈ, ਇਹਦੇ ਤੋਂ ਸਾਨੂੰ ਛੇਤੀ ਨਿਜਾਤ ਮਿਲੇ ਤੇ ਅਸੀਂ ਤਨਦੇਹੀ ਨਾਲ ਲੋਕਾਂ ਦੀ ਬਗੈਰ ਮਾਸਕ ਤੋਂ ਜਿਹੜੀ ਹੈ ਆਉਣ ਵਾਲੇ ਦਿਨਾਂ 'ਚ ਸੇਵਾ ਕਰੀਏ। ਮੇਰੇ ਨਾਲ ਕੈਮਰੇ ਤੇ ਸਰਦਾਰ ਅਮਰੀਕ ਸਿੰਘ ਜੀ ਮੀਕਾ ਸਿੰਘ ਚੜ੍ਹਦੀ ਕਲਾ ਤੋਂ, ਫਰੀਮੌਂਟ ਦੀ ਧਰਤੀ ਤੋਂ। ਫਿਰ ਦੁਬਾਰਾ ਮੈਂ ਪਰਮਿੰਦਰ ਸਿੰਘ ਸਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।